ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਮਾਤ 6ਵੀਂ ਦਾ ਪਾਠ 6ਵਾਂ ਮਹਾਨਗਰਾਂ ਦੀ ਜੀਵਨ ਸ਼ੈਲੀ ਕਰਨ ਜਾ ਰਹੇ ਹਾਂ। ਬੱਚੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਰਹਿਣ ਸਹਿਣ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਬਦਲਾਵ ਆ ਰਹੇ ਹਨ। ਸਭ ਤੋਂ ਪਹਿਲਾਂ ਤਾਂ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਹੈ ਉਹ ਇਹ ਹੈ ਕਿ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਿਲਕੁਲ ਵੀ ਆਪਣਾ ਸਮਾਂ ਕੱਢ ਕੇ ਆਪਣੇ ਰਿਸ਼ਤਿਆਂ ਅਤੇ ਨਾਤਿਆਂ ਵਿੱਚ ਬਿਲਕੁਲ ਵੀ ਅਸੀਂ ਮਿਲਵਰਤਨ ਦੀ ਭਾਵਨਾ ਨਹੀਂ ਰੱਖਦੇ, ਜਿਹੜਾ ਕਿ ਆਮ ਤੌਰ 'ਤੇ ਸ਼ਹਿਰਾਂ ਵਿੱਚ ਵੇਖਿਆ ਜਾ ਰਿਹਾ ਹੈ। ਜਦ ਕਿ ਪਿੰਡਾਂ ਵਿੱਚ ਬਿਲਕੁਲ ਇਸ ਤੋਂ ਵੱਖਰਾ ਹੈ। ਪਿੰਡਾਂ ਵਿੱਚ ਫਿਰ ਵੀ ਕੋਈ ਪਿਆਰ ਨਾਲ ਬੁਲਾ ਲੈਂਦਾ ਹੈ ਅਤੇ ਪਿੱਛੋਂ ਆਵਾਜ਼ ਜ਼ਰੂਰ ਮਾਰ ਲੈਂਦਾ ਹੈ ਜਦੋਂ ਵੀ ਅਸੀਂ ਪਿੰਡ ਦੀਆਂ ਗਲੀਆਂ ਜਾਂ ਸੜਕਾਂ 'ਤੇ ਤੁਰਦੇ ਹਾਂ। ਪਰ ਅਜਿਹਾ ਮਹਾਨਗਰਾਂ ਵਿੱਚ ਜਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਨਹੀਂ ਹੁੰਦਾ, ਕਿਉਂਕਿ ਉਸ ਜਗ੍ਹਾ 'ਤੇ ਲੋਕ ਬਹੁਤ ਹੀ ਜਿਹੜੇ ਹਨ ਉਹ ਵਿਅਸਤ ਹਨ ਅਤੇ ਲੋਕ ਜਿਹੜੇ ਹਨ ਉਹਨਾਂ ਵਿੱਚ ਆਪਣਤ ਦੀ ਭਾਵਨਾ ਖਤਮ ਹੋ ਚੁੱਕੀ ਹੈ। ਬੱਚਿਓ, ਅੱਜ ਅਸੀਂ ਇਸ ਪਾਠ ਵਿੱਚ ਬਾਊ ਲਾਲ ਨਾਮ ਦਾ ਇੱਕ ਪਾਤਰ ਬਾਰੇ ਜਾਣਾਂਗੇ, ਜਿਹੜਾ ਕਿ ਆਪਣੀ ਵਿਅਥਾ ਦੱਸ ਰਿਹਾ ਹੈ ਅਤੇ ਆਪਣੀ ਜਿਹੜੀ ਮੁਸ਼ਕਿਲ ਹੈ, ਉਹ ਪਰੇਸ਼ਾਨ ਕਿਉਂ ਹੈ, ਉਹ ਦੱਸ ਰਿਹਾ ਹੈ ਅਤੇ ਮਹਾਨਗਰਾਂ ਵਿੱਚ ਵੱਡੇ ਵੱਡੇ ਮਹਾਨਗਰਾਂ ਵਿੱਚ ਆਉਂਦੇ ਹੋਏ ਬਦਲਾਵਾਂ ਬਾਰੇ ਵੀ ਦੱਸ ਰਿਹਾ ਹੈ। ਆਓ ਇਸ ਪਾਠ ਨੂੰ ਪੜ੍ਹਦੇ ਹਾਂ। ਉੱਚੀਆਂ ਇਮਾਰਤਾਂ 'ਚ ਨਿੱਕੇ ਨਿੱਕੇ ਲੋਕ ਨੇ, ਰੰਗਾਂ ਭਰੇ ਸ਼ਹਿਰ ਵਿੱਚ ਫਿੱਕੇ ਫਿੱਕੇ ਲੋਕ ਨੇ। ਆਪਣਾ ਇਹ ਸ਼ੇਅਰ ਸੁਣਾਉਂਦਿਆਂ ਬਾਊ ਲਾਲ ਅਕਸਰ ਹੀ ਉਦਾਸ ਹੋ ਜਾਂਦਾ ਹੈ ਅਤੇ ਨਾਲ ਹੀ ਮੈਨੂੰ ਵੀ ਇੱਕ ਪਾਕਿਸਤਾਨੀ ਸ਼ੇਅਰ ਯਾਦ ਆ ਜਾਂਦਾ ਹੈ। ਬੱਚਾ, ਜਿਹੜਾ ਲੇਖਕ ਹੈ ਉਹ ਕਹਿ ਰਿਹਾ ਹੈ ਕਿ ਜਿਹੜਾ ਉੱਪਰ ਵਾਲਾ ਸ਼ੇਅਰ ਹੈ ਉਹ ਕੌਣ ਬੋਲਦਾ ਹੈ? ਬਾਊ ਲਾਲ। ਜਦੋਂ ਵੀ ਬਾਊ ਲਾਲ ਇਹ ਸ਼ੇਅਰ ਸੁਣਾਉਂਦਾ ਹੈ, ਨਾਲ ਦੇ ਨਾਲ ਲੇਖਕ ਨੂੰ ਵੀ ਇੱਕ ਸ਼ੇਅਰ ਯਾਦ ਆ ਜਾਂਦਾ ਹੈ। ਕਿਹੜਾ ਸ਼ੇਅਰ ਯਾਦ ਆਉਂਦਾ ਹੈ? ਜਿਉਂ ਜਿਉਂ ਉੱਚੇ ਕੋਠੇ ਹੁੰਦੇ ਜਾਂਦੇ ਨੇ, ਤਿਉਂ ਤਿਉਂ ਬੰਦੇ ਛੋਟੇ ਹੁੰਦੇ ਜਾਂਦੇ ਨੇ। ਤਾਂ ਇਸ ਤਰ੍ਹਾਂ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮਹਾਨਗਰਾਂ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਹਨ ਉਹ ਬਣ ਰਹੀਆਂ ਹਨ, ਉਸ ਤਰ੍ਹਾਂ ਹੀ ਜਿਹੜੇ ਲੋਕਾਂ ਦੇ ਦਿਲ ਹਨ ਉਹ ਛੋਟੇ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਇਹ ਦੋਵੇਂ ਸ਼ੇਅਰ ਜਿਹੜੇ ਮਹਾਨਗਰ ਦੇ ਜਿਹੜੇ ਮਨੁੱਖ ਹੈ, ਇੱਕ ਤਰ੍ਹਾਂ ਦਾ ਉਹਨਾਂ ਦੀ ਤਸਵੀਰ ਪੇਸ਼ ਕਰਦੇ ਹਨ ਜਿਹੜੇ ਬਿਲਕੁਲ ਹੀ ਮਨਫੀ ਹੋ ਗਏ ਹਨ। ਮਨਫੀ ਮਤਲਬ ਖਤਮ ਹੋ ਗਏ ਹਨ, ਜਿਨ੍ਹਾਂ ਵਿੱਚ ਪਿਆਰ ਦੀ ਭਾਵਨਾ ਬਿਲਕੁਲ ਹੀ ਮਨਫੀ ਹੋ ਗਈ ਹੈ, ਖਤਮ ਹੋ ਗਈ ਹੈ। ਇਹ ਸਾਡੇ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਲੋਕਾਂ ਵਿੱਚ ਜਿਹੜੀ ਪਿਆਰ ਦੀ ਭਾਵਨਾ, ਜਿਹੜਾ ਬੰਦਾ ਹੈ ਉਹ ਆਪਣੇ ਤੱਕ ਹੀ ਮਹਿਦੂਦ ਹੋ ਕੇ ਰਹਿ ਗਿਆ ਹੈ, ਸਿਮਟ ਕੇ ਰਹਿ ਗਿਆ ਹੈ ਅਤੇ ਉਸਦੇ ਦਾਇਰੇ ਤੋਂ ਬਾਹਰ ਨਹੀਂ ਆ ਰਿਹਾ। ਬੱਚਿਓ, ਇੱਕ ਦੂਜੇ ਨਾਲ ਦੁੱਖ ਸੁੱਖ ਵੰਡਾਉਣ ਵਾਲੀ ਗੱਲ ਹਵਾ ਹੀ ਹੋ ਗਈ ਹੈ। ਮਹਾਨਗਰ ਵਿੱਚ ਰਹਿੰਦਿਆਂ ਬਾਊ ਲਾਲ ਅਕਸਰ ਹੀ ਗੁਆਚਿਆ ਜਿਹਾ ਰਹਿੰਦਾ ਹੈ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਮਹਾਨਗਰ ਦੀ ਭੀੜ ਅੱਖਾਂ ਬੰਦ ਕਰਕੇ ਤੁਰਨ ਦੀ ਆਦੀ ਹੈ। ਆਦੀ ਦਾ ਮਤਲਬ ਹੁੰਦਾ ਹੈ ਆਦਤ ਹੋਣਾ। ਪਰ ਫਿਰ ਵੀ ਉਹ ਇਸ ਆਸ ਨਾਲ ਸੜਕਾਂ 'ਤੇ ਚਹਿਲ ਕਦਮੀ ਕਰਦਾ ਹੈ ਕਿ ਸ਼ਾਇਦ ਕੋਈ ਮੁਹੱਬਤ ਭਰਿਆ ਸ਼ਖਸ ਮਿਲ ਜਾਵੇ। ਸ਼ਖਸ ਦਾ ਮਤਲਬ ਹੁੰਦਾ ਹੈ ਵਿਅਕਤੀ। ਇਸੇ ਲਈ ਉਹ ਮਹਾਨਗਰ ਦੀਆਂ ਸੜਕਾਂ 'ਤੇ ਹੌਲੀ ਹੌਲੀ ਤੁਰਦਾ ਆਪਣਾ ਹੀ ਇੱਕ ਗਜ਼ਲ ਦਾ ਸ਼ੇਅਰ ਗੁਣਗੁਣਾਉਂਦਾ ਹੈ। ਬੱਚੋ, ਬਾਊ ਲਾਲ ਨਾਮ ਦਾ ਜਿਹੜਾ ਸ਼ਖਸ ਹੈ ਉਹ ਹਮੇਸ਼ਾ ਹੀ ਇਸ ਭਾਲ ਵਿੱਚ, ਮਹਾਨਗਰ ਵਿੱਚ ਰਹਿੰਦਾ ਹੋਇਆ ਇਸ ਭਾਲ ਵਿੱਚ ਰਹਿੰਦਾ ਹੈ ਕਿ ਸ਼ਾਇਦ ਕੋਈ ਮਨੁੱਖ ਉਸਨੂੰ ਪਿੱਛੋਂ ਆਵਾਜ਼ ਮਾਰ ਲਵੇ, ਸ਼ਾਇਦ ਹੀ ਕੋਈ ਉਸਨੂੰ ਬੁਲਾ ਲਵੇ, ਪਰ ਅਜਿਹਾ ਨਹੀਂ ਹੁੰਦਾ। ਉਸਨੂੰ ਉਸ ਸ਼ਹਿਰ ਦੀਆਂ ਸੜਕਾਂ 'ਤੇ ਕੋਈ ਵੀ ਮੁਹੱਬਤਾਂ, ਪਿਆਰ ਨਾਲ ਭਰਿਆ ਹੋਇਆ ਜਿਹੜਾ ਵਿਅਕਤੀ ਹੈ ਉਹ ਨਹੀਂ ਮਿਲਦਾ। ਫਿਰ ਉਹ ਮਹਾਨਗਰ ਦੀ ਸੜਕ 'ਤੇ ਤਾਂ ਵੀ ਉਹ ਹੌਲੀ ਹੌਲੀ ਤੁਰਦਾ ਜਾਂਦਾ, ਇਸੇ ਆਸ ਨਾਲ ਕਿ ਸ਼ਾਇਦ ਕੋਈ ਮੁਹੱਬਤ ਭਰਿਆ ਸ਼ਖਸ ਮਿਲ ਹੀ ਜਾਵੇ। ਤਾਂ ਗਜ਼ਲ ਦਾ ਸ਼ੇਅਰ ਗੁਣਗੁਣਾਉਂਦਾ ਹੈ, ਸ਼ਹਿਰ ਦੀਆਂ ਸੜਕਾਂ 'ਤੇ ਤੁਰੀਏ ਰੁਕ ਰੁਕ ਕੇ, ਸ਼ਾਇਦ ਕੋਈ ਪਿੱਛੋਂ ਆਵਾਜ਼ ਹੀ ਮਾਰ ਲਵੇ। ਤਾਂ ਇਸ ਤਰ੍ਹਾਂ ਬੱਚਿਓ, ਪਰ ਮਹਾਨਗਰ ਦੇ ਬੰਦਿਆਂ ਕੋਲ ਆਵਾਜ਼ ਮਾਰਨ ਦੀ ਵਿਹਲ ਕਿੱਥੇ ਹੈ? ਤਾਂ ਇਸ ਤਰ੍ਹਾਂ ਉਹ ਕਹਿੰਦਾ ਹੈ ਕਿ ਮਹਾਨਗਰ ਦੇ ਲੋਕਾਂ ਕੋਲ, ਵੱਡੇ ਵੱਡੇ ਸ਼ਹਿਰਾਂ ਵਿੱਚ ਲੋਕਾਂ ਕੋਲ ਵਿਹਲ ਹੀ ਨਹੀਂ ਹੈ। ਉਹ ਮਹਾਨਗਰ ਦੇ ਲੋਕਾਂ ਨੂੰ ਇਸ ਅੰਨੀ ਦੌੜ ਨੂੰ ਦੇਖ ਕੇ ਮਨ ਹੀ ਮਨ ਵਿੱਚ ਤੜਫ ਉੱਠਦਾ ਹੈ ਅਤੇ ਦੁਖੀ ਹੋਇਆ ਆਪਣੇ ਪਿੰਡ ਵੱਲ ਫੇਰੀ ਮਾਰਨ ਤੁਰਦਾ ਹੈ। ਉਹ ਦੱਸਦਾ ਹੈ ਕਿ ਭਾਵੇਂ ਹੁਣ ਸ਼ਹਿਰਾਂ ਦਾ ਪਰਛਾਵਾਂ ਪਿੰਡ 'ਤੇ ਪੈ ਚੱਲਿਆ ਹੈ, ਪਰ ਪਿੰਡਾਂ ਵਿੱਚ ਅੱਜ ਵੀ ਕੁਝ ਮੁਹੱਬਤੀ ਲੋਕ ਵਸਦੇ ਨੇ ਅਤੇ ਉਹਨਾਂ ਹੀ ਖੂਬਸੂਰਤ ਲੋਕਾਂ ਦੇ ਸਿਰ 'ਤੇ ਪਿੰਡ ਦੀ ਰੂਹ ਜਿੰਦੀ ਜਾਗਦੀ ਹੈ। ਬਾਊ ਲਾਲ ਬੜਾ ਹੀ ਭਾਵੁਕ ਹੋ ਕੇ ਦੱਸਦਾ ਹੈ ਕਿ ਉਸਦੇ ਪਿੰਡ ਦਾ 90 ਸਾਲਾਂ ਨੂੰ ਢੁੱਕਿਆ ਬਾਬਾ ਬਖਤੌਰਾ ਜਦੋਂ ਅੱਜ ਦੀ ਵਾਰਿਸ ਦੀ ਹੀਰ ਗਾਉਂਦਾ ਹੈ ਤਾਂ ਉਸ ਘੜੀ ਉਸਨੂੰ ਅਜੋਕੇ ਦੌਰ ਦੇ ਬੇਸੁਰੇ ਜਿਹੇ ਗੀਤ ਗਾਉਣ ਵਾਲੇ ਵੀਹੂ ਵਰਗੇ ਲੱਗਦੇ ਹਨ। ਬੱਚੋ, ਵੀਹੂ ਹੁੰਦਾ ਹੈ ਜ਼ਹਿਰ। ਤਾਂ ਇਸ ਤਰ੍ਹਾਂ ਜਿਹੜਾ ਬਾਊ ਲਾਲ ਹੈ ਉਹ ਆਪਣੇ ਪਿੰਡ ਦੇ ਇੱਕ ਸ਼ਖਸ ਦੀ ਗੱਲ ਕਰਦਾ ਹੈ, 90 ਸਾਲਾਂ ਦਾ ਜਿਹੜਾ ਹੁੰਦਾ ਹੈ, ਉਸਦਾ ਨਾਮ ਹੁੰਦਾ ਹੈ ਬਾਬਾ ਬਖਤੌਰਾ। ਉਹ ਕੀ ਕਰਦਾ ਹੈ, ਉਹ ਜਿਹੜਾ ਹੈ
ਜਿਹੜਾ ਹੀਰ ਦੀ ਵਾਰਿਸ ਹੈ ਜਿਹੜਾ ਉਹ ਗਾਉਂਦਾ ਹੈ। ਅਤੇ ਜਦੋਂ ਵੀ ਬਾਊ ਲਾਲ ਉਸਨੂੰ ਸੁਣਦਾ ਹੈ ਤਾਂ ਉਸਨੂੰ ਜਿਹੜੇ ਅੱਜ ਕੱਲ੍ਹ ਦੇ ਗੀਤ ਹਨ ਉਹ ਜ਼ਹਿਰ ਲੱਗਣ ਲੱਗ ਪੈਂਦੇ ਹਨ। ਇਸ ਤਰ੍ਹਾਂ ਜਿਹੜਾ ਥੋੜ੍ਹੀ ਦੇਰ ਬਾਅਦ ਬਾਬਾ ਬਖਤੌਰਾ ਵੀ ਜਿਹੜਾ ਹੈ ਜਦੋਂ ਨਵੀਂ ਪੀੜ੍ਹੀ ਦੇ ਰੰਗ ਢੰਗ ਦੇਖਦਾ ਹੈ ਤਾਂ ਉਹ ਵੀ ਉਦਾਸ ਹੋ ਜਾਂਦਾ ਹੈ। ਤਾਂ ਬਾਬਾ ਬਖਤੌਰੇ ਦੀ ਉਦਾਸੀ ਨੂੰ ਦੂਰ ਕਰਨ ਲਈ ਜਿਹੜਾ ਬਾਬਾ ਬਾਊ ਲਾਲ ਹੈ ਉਹ ਬਾਬੇ ਨੂੰ ਇੱਕ ਤਰ੍ਹਾਂ ਦੀ ਬੇਨਤੀ ਕਰਦਾ ਹੈ ਕਿ ਉਹ ਹਰੀ ਸਿੰਘ ਨਲੂਏ ਦੀ ਵਾਰ ਉਸਨੂੰ ਸੁਣਾਏ। ਫਰਮਾਇਸ਼ ਹੁੰਦਾ ਹੈ ਆਸ ਕਰਨਾ ਜਾਂ ਇੱਕ ਨਵੀਂ ਹੀ ਗੁਜ਼ਾਰਿਸ਼ ਕਰਨਾ। ਤਾਂ ਇਸ ਤਰ੍ਹਾਂ ਜਦੋਂ ਵੀ ਉਹ ਜਿਹੜਾ ਹੈ ਬਾਬਾ ਬਖਤੌਰਾ ਉਸਦੀ ਫਰਮਾਇਸ਼ ਸੁਣਦਾ ਹੈ ਕਿ ਉਸਨੂੰ ਇੱਕ ਗੀਤ ਗਾਉਣ ਲਈ ਕਿਹਾ ਜਾ ਰਿਹਾ ਹੈ ਤਾਂ ਉਹ ਖੁਸ਼ ਹੋ ਜਾਂਦਾ ਹੈ। ਬੱਚੋ ਫਿਰ ਬਾਊ ਲਾਲ ਦੱਸਦਾ ਹੈ ਕਿ ਉਹ ਪਿੰਡ ਦੀਆਂ ਗਲੀਆਂ ਵਿੱਚ ਫੇਰੀ ਮਾਰਦਾ ਸੀ ਤਾਂ ਉਸਨੂੰ ਉੱਥੇ ਸ਼ਹਿਰਾਂ ਵਾਂਗ ਤੁਰ ਕੇ ਪਿੱਛੇ ਵੱਲ ਨੂੰ ਵੇਖਣ ਦੀ ਲੋੜ ਨਹੀਂ ਪੈਂਦੀ ਜਾਂ ਕਿਸੇ ਨੂੰ ਉਡੀਕਣਾ ਨਹੀਂ ਪੈਂਦਾ, ਕਿਉਂਕਿ ਉੱਥੇ ਲੋਕ ਮੁਹੱਬਤਾਂ ਭਰੇ ਹਨ। ਉੱਥੇ ਜਿਹੜੇ ਰਿਸ਼ਤੇ ਹਨ ਉਹ ਪਵਿੱਤਰ ਹਨ। ਉੱਥੇ ਉਹ ਲੋਕਾਂ ਦੇ ਰਿਸ਼ਤਿਆਂ ਨੂੰ ਸਲਾਮ ਕਰਦਾ ਹੈ, ਕਿਉਂਕਿ ਉੱਥੇ ਜਿਹੜੇ ਲੋਕ ਹਨ ਉਹ ਖੁਦ ਹੀ ਪਿੱਛੋਂ ਦੀ ਆਵਾਜ਼ ਮਾਰ ਲੈਂਦੇ ਹਨ ਅਤੇ ਕਿਸੇ ਵੀ ਅਜਨਬੀ ਨੂੰ ਬੁਲਾ ਲੈਂਦੇ ਹਨ। ਪਰ ਜਦੋਂ ਵੀ ਬਾਊ ਲਾਲ ਮਹਾਨਗਰ ਨੂੰ ਯਾਦ ਕਰਦਾ ਹੈ ਤਾਂ ਪਿੰਡਾਂ ਵੱਲ ਨੂੰ ਉਸਨੂੰ ਮਹਾਨਗਰ ਵਾਪਿਸ ਆਉਣਾ ਹੁੰਦਾ ਹੈ ਤਾਂ ਉਸਨੂੰ ਉਦੋਂ ਹੀ ਇਸਦੀ ਸਾਰੀ ਮਸਤੀ ਜਿਹੜੀ ਹੈ ਹਵਾ ਹੋ ਜਾਂਦੀ ਹੈ। ਤਾਂ ਮਹਾਨਗਰ ਦੇ ਸਵਾਰਥੀ ਅਤੇ ਗਰਜਾਨਾਬੱਧ ਰਿਸ਼ਤਿਆਂ ਤੋਂ ਉਸਨੂੰ ਅੰਤਾਂ ਦੀ ਚਿੜ ਹੈ। ਇਸ ਤਰ੍ਹਾਂ ਉਹ ਇੱਕ ਕਿਸਮ ਦਾ ਬਹੁਤ ਹੀ ਬਾਊ ਲਾਲ ਜਿਹੜਾ ਹੈ ਬਹੁਤ ਹੀ ਚਿੜ ਚੁੱਕਿਆ ਇਨਸਾਨ ਹੈ, ਜਿਹੜਾ ਮਹਾਨਗਰ ਦੀ ਪੀੜ ਤੋਂ ਚਿੜ ਚੁੱਕਿਆ ਹੈ ਅਤੇ ਉਸਦੇ ਵਿਹਲਪਨ ਤੋਂ ਚਿੜ ਚੁੱਕਿਆ ਹੈ ਅਤੇ ਲੋਕਾਂ ਦੇ ਆਪਣਤਹੀਨ ਭਾਵਨਾ ਤੋਂ ਚਿੜ ਚੁੱਕਿਆ ਹੈ। ਤਾਂ ਇਸ ਤਰ੍ਹਾਂ ਅੱਗੇ ਦੱਸਿਆ ਜਾਂਦਾ ਹੈ ਕੁਝ ਨਾ ਖੱਟਿਆ ਸਗੋਂ ਗਵਾਇਆ, ਮਹਾਨਗਰ ਵਿੱਚ ਕਿਉਂ ਮੈਂ ਆਇਆ, ਮਹਾਨਗਰ ਵਿੱਚ ਸਿਰ ਹੀ ਸਿਰ ਨੇ ਇਸ ਦਿਸੇ ਨਾ ਐ ਪਰ ਕਿਸੇ ਦਾ ਸਾਇਆ। ਤਾਂ ਇਸ ਤਰ੍ਹਾਂ ਉਹ ਬਾਊ ਲਾਲ ਜਿਹੜਾ ਹੈ ਉਹ ਚਿੜ ਜਾਂਦਾ ਹੈ ਤਾਂ ਇਹ ਸ਼ੇਰ ਸੁਣਾਉਂਦਾ ਹੈ। ਵਾਕਈ ਬਾਊ ਲਾਲ ਦੇ ਉਪਰੋਕਤ ਸ਼ੇਰਾਂ ਵਿੱਚ ਕਿੰਨੀ ਵੱਡੀ ਸੱਚਾਈ ਛੁਪੀ ਹੋਈ ਹੈ। ਇਸ ਵਿੱਚ ਪੂਰਾ ਵੀ ਸ਼ੱਕ ਨਹੀਂ ਕਿ ਮਹਾਨਗਰ ਵਿੱਚ ਜਿਹੜੇ ਸਵਾਰਥੀ ਕਿਸਮ ਦੇ ਲੋਕ ਜਿਹੜੇ ਰਹਿੰਦੇ ਹਨ। ਪਰ ਮੁਹੱਬਤਾਂ ਨਾਲ ਲਬਰੇਜ਼ ਵਿੱਚ ਵੀ ਸ਼ਖਸ ਲੱਭਿਆ ਵੀ ਨਹੀਂ ਲੱਭਦਾ। ਤਾਂ ਜਿਹੜੇ ਮੁਹੱਬਤਾਂ ਨਾਲ ਲਿਪਟੇ ਹੋਏ ਲੋਕ ਹਨ, ਜਿਨ੍ਹਾਂ ਦੇ ਮਨ ਵਿੱਚ ਪਿਆਰ ਦੀ ਭਾਵਨਾ ਹੈ, ਉਹ ਬਿਲਕੁਲ ਵੀ ਦਿਖ ਨਹੀਂ ਰਹੀ ਹੈ। ਇਸ ਤਰ੍ਹਾਂ ਬੱਚੋ ਇਸ ਤੋਂ ਇਲਾਵਾ ਜਦੋਂ ਬਾਊ ਲਾਲ ਉਦਾਸ ਹੋਇਆ ਬੈਠਦਾ ਤਾਂ ਕਈ ਵਾਰ ਉਸਦੇ ਦਿਮਾਗ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਅੱਜ ਕੱਲ੍ਹ ਜਿਹੜੇ ਲੋਕ ਹਨ ਉਹ ਗੁਆਂਢੀਆਂ ਨੂੰ ਜਾਂ ਮਹਿਮਾਨਾਂ ਨੂੰ ਦੇਖ ਕੇ ਇੱਕ ਕਿਸਮ ਦੀ ਫਿੱਕਾ ਜਿਹਾ ਮੁਸਕਾਨ ਜਿਹੜੀ ਮੂੰਹ 'ਤੇ ਰੱਖ ਲੈਂਦੇ ਹਨ ਅਤੇ ਬਹੁਤ ਹੀ ਅਣਮੰਨੇ ਜਿਹੇ ਮਨ ਨਾਲ ਜਿਹੜੇ ਉਹਨਾਂ ਦਾ ਸਵਾਗਤ ਕਰਦੇ ਹਨ, ਜਦ ਕਿ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਅਤੇ ਪਿੰਡਾਂ ਵਿੱਚ ਲੋਕਾਂ ਦੇ ਜਿਹੜੇ ਚਿਹਰੇ ਖਿੜ ਜਾਂਦੇ ਹਨ ਜਦੋਂ ਵੀ ਮਹਿਮਾਨਾਂ ਦਾ ਨਾਮ ਲਿਆ ਜਾਂਦਾ ਹੈ। ਜਿੱਦਾਂ ਕੋਈ ਡਰਦਾ ਹੈ ਬਦਰੂਹਾਂ ਤੋਂ, ਸ਼ਹਿਰ ਦੇ ਲੋਕੀ ਡਰਨ ਉਵੇਂ ਮਹਿਮਾਨਾਂ ਤੋਂ। ਇਸ ਤਰ੍ਹਾਂ ਉਹ ਸ਼ੇਰ ਗਾਉਂਦਾ ਹੈ ਕਿ ਜਿਸ ਤਰ੍ਹਾਂ ਲੋਕ ਪੁੱਤਾਂ ਪ੍ਰੀਤਾਂ ਕੋਲ ਡਰਦੇ ਹਨ, ਇਸ ਤਰ੍ਹਾਂ ਮਹਿਮਾਨਾਂ ਦੇ ਨਾਂ ਤੋਂ ਵੀ ਸ਼ਹਿਰਾਂ ਵਿੱਚ ਡਰ ਜਾਂਦੇ ਹਨ। ਪਰ ਉਹ ਹਮੇਸ਼ਾ ਹੀ ਦੁਆ ਕਰਦਾ ਹੈ ਕਿ ਪਹਿਲਾਂ ਵਾਂਗ ਹੀ ਲੋਕਾਂ ਵਿੱਚ ਮੋਹ ਅਤੇ ਮੁਹੱਬਤ ਭਰੇ ਰਿਸ਼ਤੇ ਰਹਿਣ, ਰਿਸ਼ਤਿਆਂ ਵਿਚਲੀ ਪਵਿੱਤਰਤਾ ਕਾਇਮ ਰਹੇ ਅਤੇ ਪੂਰੇ ਜਹਾਨ ਦੀ ਸੁੱਖ ਉਹ ਇੰਝ ਮੰਗਦਾ ਹੈ। ਤਾਂ ਇਸ ਤਰ੍ਹਾਂ ਅੰਤ ਵਿੱਚ ਲੇਖਕ ਕਹਿ ਸਕਦੇ ਹਾਂ ਜਾਂ ਬਾਊ ਲਾਲ ਕਹਿ ਸਕਦੇ ਹਾਂ, ਜਿਹੜਾ ਅੰਤ ਵਿੱਚ ਉਹ ਇਹੀ ਦੁਆ ਕਰਦਾ ਹੈ ਕਿ ਚਾਹੇ ਹੁਣ ਮਹਾਨਗਰਾਂ ਵਿੱਚ ਬਹੁਤ ਬਦਲਾਵ ਆ ਗਏ ਹਨ, ਮਹਾਨਗਰ ਵਿੱਚ ਲੋਕਾਂ ਵਿੱਚ ਬਹੁਤ ਆਪਣਤ ਦੀ ਭਾਵਨਾ ਖਤਮ ਹੋ ਚੁੱਕੀ ਹੈ, ਪਰ ਫਿਰ ਵੀ ਉਹ ਦੁਆ ਕਰਦਾ ਹੈ ਕਿ ਲੋਕਾਂ ਵਿੱਚ ਫਿਰ ਵੀ ਮੋਹ ਅਤੇ ਪਿਆਰ ਭਰੇ ਜਿਹੜੇ ਰਿਸ਼ਤੇ ਆ ਉਹ ਕਾਇਮ ਰਹਿਣ ਅਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਪਵਿੱਤਰਤਾ ਉਹ ਵੀ ਕਾਇਮ ਰਹੇ। ਤਾਂ ਇਸ ਤਰ੍ਹਾਂ ਉਹ ਪੂਰੇ ਜਹਾਨ ਦੀ ਸੁੱਖ ਮੰਗਦਾ ਹੋਇਆ ਫਿਰ ਇੱਕ ਸ਼ੇਰ ਬੋਲਦਾ ਹੈ, ਮੈਂ ਤਾਂ ਹਰ ਪਲ ਇਹੋ ਦੁਆਵਾਂ ਕਰਦਾ ਹਾਂ, ਹੱਸਦਾ ਵਸਦਾ ਗਾਉਂਦਾ ਸਦਾ ਜਹਾਨ ਰਹੇ। ਤਾਂ ਇਸ ਤਰ੍ਹਾਂ ਬੱਚੋ ਇਸ ਪਾਠ ਦਾ ਲੇਖਕ ਹੈ ਤ੍ਰਿਲੋਚਨ ਲੋਚੀ। ਤਾਂ ਇਸ ਤਰ੍ਹਾਂ ਉਹ ਇੱਕ ਕਿਸਮ ਦਾ ਆਧੁਨਿਕ ਯੁੱਗ ਵਿੱਚ ਜਿਹੜੇ ਮਹਾਨਗਰਾਂ ਵਿੱਚ ਬਦਲਾਵ ਆ ਰਹੇ ਹਨ ਅਤੇ ਪਿਆਰ ਦੀ ਭਾਵਨਾ ਜਿਹੜੇ ਲੋਕਾਂ ਵਿੱਚ ਖਤਮ ਹੁੰਦੀ ਜਾ ਰਹੀ ਹੈ, ਉਹ ਇਸ ਪਾਠ ਰਾਹੀਂ ਸਾਨੂੰ ਸਪਸ਼ਟ ਕਰਦਾ ਹੈ। ਬੱਚੋ ਇਸ ਪਾਠ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਇਸ ਪਾਠ ਦੇ ਨਾਲ ਸੰਬੰਧਿਤ ਜਿਹੜੇ ਔਖੇ ਸ਼ਬਦਾਂ ਦੇ ਅਰਥ ਹਨ ਉਹ ਆਪਣੀ ਕਾਪੀ 'ਤੇ ਲਿਖਣੇ ਹਨ। ਧੰਨਵਾਦ।